अस्सलाम वालेकुम। मैं यार पहला जवान देखिया ਜਿਹੜਾ ਆਪਣੇ ਕਜ਼ਨ ਨਾਲ ਇਤਨਾ ਪਿਆਰ ਕਰਦਾ ਹੈ। ਅੱਜ ਕੱਲ ਦੇ ਦੌਰ ਤੁਹਾਨੂੰ ਪਤਾ ਹੈ ਰਿਸ਼ਤੇਦਾਰ ਤੇ ਇੱਕ ਦੂਜੇ ਦੇ ਘਰ ਵੀ ਨਹੀਂ ਜਾਂਦੇ। ਪੁਰਾਣੇ ਦੌਰ ਤੁਹਾਨੂੰ ਪਤਾ ਈਦ ਹੁੰਦੀ ਸੀ, ਰਿਸ਼ਤੇਦਾਰ ਤੁਹਾਡੇ ਘਰ ਆਉਂਦੇ ਸੀ, ਤੁਸੀਂ ਉਹਨਾਂ ਦੇ ਘਰ ਜਾਂਦੇ ਸੀ, ਦਾਵਤਾਂ ਹੁੰਦੀਆਂ ਸੀ। ਹੋਰ ਛੱਡ ਕੇ ਵਿਆਹਾਂ ਤੇ ਕਿੰਨਾ ਰਸ਼ ਹੁੰਦਾ, 3-3 4-4 ਦਿਹਾੜੇ ਤੁਹਾਡੇ ਘਰਾਂ 'ਚ ਆ ਕੇ ਰਹਿੰਦੇ ਸੀ। ਹੁਣ ਜਿਹੜਾ ਬਾਹਰੋਂ-ਬਾਹਰ ਹੋਟਲਾਂ 'ਚ ਰਹਿੰਦੇ ਨੇ, ਉੱਥੇ ਸ਼ਾਦੀ ਖਾ ਪੀ ਕੇ ਤੇ ਆਪਣੇ ਆਪਣੇ ਘਰ ਹੀ ਹੋ ਜਾਂਦੇ, ਘਰ ਉਸੇ ਤਰ੍ਹਾਂ ਸੁਨਸਾਨ ਹੋ ਜਾਂਦਾ ਹੈ। ਅੱਜ ਕੱਲ ਦਾ ਜਿਹੜਾ ਦੌਰ ਜਾ ਰਿਹਾ ਉਹ ਇੰਜ ਦਾ ਜਾ ਰਿਹਾ। ਲੇਕਿਨ ਇੱਕ ਜਵਾਨ ਜਿਹੜਾ ਆਪਣੇ ਕਜ਼ਨ ਨਾਲ ਜਿਹੜਾ ਬਹੁਤ ਪਿਆਰ ਕਰਦਾ, ਜਿਸ ਵੇਲੇ ਉਹ ਸੁਬਹ ਉੱਠਦਾ ਆ ਪਹਿਲਾਂ ਉਹ ਕਜ਼ਨ ਨੂੰ ਫੋਨ ਮਿਲਾਉਂਦਾ ਆ, ਸ਼ਾਮੀ ਜਿਸ ਵੇਲੇ ਉਹਨੇ ਆਉਣਾ ਹੈ ਕਜ਼ਨ ਨੂੰ ਫੋਨ ਮਿਲਾ ਲੈਣਾ, ਆ ਵੀ ਤੂੰ ਮੇਰੀ ਗੱਡੀ ਲੈ ਜਾ, ਪਾਕਿਸਤਾਨ ਹੁੰਦਾ ਆ ਉਹ। ਕਦੇ ਉਹਨੂੰ ਪੈਸੇ ਟੋਰ ਦੇਣੇ, ਫੋਨ ਉਹਦੇ ਵਾਸਤੇ ਨਵਾਂ ਟੋਰਨਾ। ਮੈਂ ਕਿਹਾ ਯਾਰ ਬੜਾ ਹੀ ਪਿਆਰ ਕਰਨੇ ਤੂੰ ਆਪਣੇ ਕਜ਼ਨ ਨਾਲ। ਕਹਿੰਦਾ ਕਿਉਂ ਨਾ ਕਰਾਂ ਯਾਰ, ਮੇਰੇ ਭਰਾਵਾਂ ਆ ਰਿਹਾ ਜਨਾਬ। ਗੱਡੀ ਉਹਨੇ ਰੱਖੀ, ਉਹਨੇ ਆਪਣੇ ਕਜ਼ਨ ਨੂੰ ਦਿੱਤੀ ਸੀ, ਜਿੱਧਰ ਕਿਰੇ ਜਾਣਾ ਕਜ਼ਨ ਨੇ ਜਾਣਾ। ਆਪੂ ਪਾਕਿਸਤਾਨ ਜਾਂਦਾ ਤੇ ਕਜ਼ਨ ਪੂਰਾ ਉਹਨੂੰ ਪ੍ਰੋਟੋਕੋਲ ਦਿੰਦਾ ਆ ਤੇ ਬੜਾ ਖੁਸ਼ ਹੈ ਉਹਦੇ ਨਾਲ। ਅਸੀਂ ਕਹਿੰਦੇ ਯਾਰ ਬੜੀ ਗੱਪ ਲਾਉਂਦਾ ਉਹਦੇ ਨਾਲ। ਐਤਵਾਰ ਵਾਲੇ ਦਿਨ ਤਕਰੀਬਨ ਸਾਰਾ ਦਿਨ ਉਹ ਬਾਹਰ ਨਹੀਂ ਸੀ ਜਾਂਦਾ, ਆਪਣੇ ਕਜ਼ਨ ਨਾਲ ਗੱਪ ਲਾਉਂਦਾ ਰਹਿੰਦਾ। ਮੈਂ ਕਿਹਾ ਯਾਰ ਤੂੰ ਪਹਿਲਾ ਬੰਦਾ ਹੈ ਜਿਹੜਾ ਆਪਣੇ ਕਜ਼ਨ ਨਾਲ ਇਤਨਾ ਪਿਆਰ ਕਰਨੇ। ਲੇਕਿਨ ਆਮ ਤੌਰ ਤੇ ਅੱਜ ਕੱਲ੍ਹ ਕਜ਼ਨਾਂ ਦੀ ਆਪੇ 'ਚ ਕੋਈ ਨਹੀਂ ਲੱਗਦੀ। ਕਿਰੇ 2 ਮਹੀਨੇ ਬਾਅਦ ਸਲਾਮ ਅਲੈਕਮ ਕਰ ਲਿਆ, ਉਹ ਵੀ ਕਦੇ ਕਿਸੇ ਬੰਦੇ ਨਹੀਂ ਕੀਤੀ। ਰਿਸ਼ਤੇਦਾਰੀ 'ਚ ਅੱਜ ਕੱਲ੍ਹ ਇਹ ਰਹਿ ਗਿਆ। ਕਹਿੰਦਾ ਭਾਈ ਇਹ ਹੋਣਗੇ, ਲੇਕਿਨ ਮੇਰਾ ਕਜ਼ਨ ਜਿਹੜਾ ਨਾ ਬੜਾ ਅਜ਼ੀਜ਼ ਹੈ ਮੈਨੂੰ, ਜੇ ਕਿਰੇ ਮੈਨੂੰ ਲੋੜ ਪਵੇ ਤਾਂ ਉਸੇ ਟਾਈਮ ਹਾਜ਼ਰ ਹੁੰਦਾ ਸੀ। ਅਗਰ ਠੀਕ ਹੈ। ਇੱਕ ਜਿਹੜੇ ਅਸੀਂ ਬੈਠੇ ਸੀ, ਅਸੀਂ ਉਹਦੀ ਕਜ਼ਨ ਦੀ ਤਾਰੀਫ ਕੀਤੀ ਸੀ, ਮੁੰਡੇ ਸਾਰੇ ਬੈਠੇ ਤੇ ਉਹਨੇ ਇੰਝ ਕੀਤਾ, ਫੋਨ ਮਿਲਾਇਆ ਅਸੀਂ ਉਹਨੂੰ। ਕਹਿੰਦਾ ਮੇਰੇ ਦੋਸਤ ਬੈਠੇ ਨੇ, ਰੋਟੀ ਇਕੱਠੇ ਬਹਿ ਕੇ ਖਾਂਦੇ ਸਾਂ ਪਏ। ਉਹਨੇ ਸਾਰਿਆਂ ਨੂੰ ਸਲਾਮ ਦੁਆ ਕੀਤਾ। ਉਹਨੇ ਕਹਿੰਦਾ ਜਿਸੇ ਫੋਨ ਉਹਨੇ ਮੈਨੂੰ ਫੜਾਇਆ ਨਾ ਤੇ ਉਹਦਾ ਕਜ਼ਨ ਜਿਹੜਾ ਮੇਰੇ ਨਾਲ ਗੱਪ ਲਾਉਣ ਲੱਗ ਪਿਆ। ਹੋਰ ਭਾਈ ਜੀ ਸੁਣਾਓ, ਠੀਕ ਠਾਕ ਹੋ? ਸੇ ਠੀਕ ਹੈ। ਮੈਂ ਕਿਹਾ ਬਿਹਤਰੀਨ ਫਸਟ ਕਲਾਸ ਭਾਈ ਜੀ, ਤੁਸੀਂ ਸੁਣਾਓ? ਕਹਿੰਦਾ ਯਾਰ ਮੈਂ ਵੀ ਠੀਕ ਠਾਕ ਹਾਂ। ਕਹਿੰਦਾ ਭਾਈ ਜੀ ਸੁਣਾਓ ਤੇ ਕੋਈ ਬਾਹਰ ਦੀ ਕੋਈ ਗੇਮ ਕੋ ਨਹੀਂ? ਚਲੋ ਮੈਂ ਵੀ ਬਾਹਰ ਆ ਜਾਊਂ। ਉਹਨੇ ਆਖਿਆ ਭਾਈ ਜੀ ਕਿਉਂ ਨਹੀਂ ਗੇਮਾਂ ਰੱਜ ਨੇ, ਤੁਸੀਂ ਦੱਸੋ ਕਦੋਂ ਆਉਣਾ ਚਾਹੁੰਦੇ ਹੋ? ਅਸੀਂ ਬੰਦੇ ਨੂੰ ਕਹਿੰਦੇ ਆ ਤੇ ਤੁਸੀਂ ਆ ਜਿਓ। ਉਹਨੇ ਆਖਿਆ ਕਿੰਨੇ ਕੁ ਪੈਸੇ ਲੱਗਦੇ ਨੇ? ਉਹਨੇ ਆਖਿਆ ਪੈਸਿਆਂ ਦਾ ਭਾਈ ਕੋਈ ਰੋਲਾ ਨਹੀਂ, ਪੈਸੇ ਅਸੀਂ ਸਾਰੇ ਕਰਕੇ ਦੇ, ਜਿਤਨਾ ਭਾਈ ਹਰੀ ਤੁਹਾਨੂੰ ਪਿਆਰ ਕਰਦੇ ਨੇ ਨਾ ਉਸ ਹਿਸਾਬ ਤੇ ਪੈਸੇ ਦਾ ਕੋਈ ਅਹਿਮੀਅਤ ਨਹੀਂ। ਤੇ ਤੁਸੀਂ ਜਿਹੜਾ ਨਾ ਪੈਸਿਆਂ ਦੀ ਟੈਨਸ਼ਨ ਨਾ ਲਓ। ਅੱਗੂ ਜਿਹਦਾ ਕਜ਼ਨ ਆਇਆ ਉਹ ਇੱਥੇ ਬੈਠੇ ਸੀ, ਉਹ ਕਹਿੰਦਾ ਲਿਆ ਦੇ ਮੈਨੂੰ ਫੋਨ। ਉਹ ਆਂਦਾ ਠਹਿਰ ਜਾ। ਉਹ ਆਂਦਾ ਭਾਈ ਜੀ ਇੰਝ ਕਰੋ ਆਪਣਾ ਨੰਬਰ ਤੇ ਦਿਓ। ਕਹਿੰਦਾ ਉਹਨੇ ਫਟਵਟ ਫੋਨ ਮੇਰੇ ਕੋਲੋਂ ਖੋਹ ਲਿਆ। ਉਹਨੇ ਆਖਿਆ ਚੱਲ ਫੋਨ ਜਿਹੜਾ ਨਾ ਮੈਂ ਤੈਨੂੰ ਬਾਅਦ 'ਚ ਕਰਨਾ ਥੋੜ੍ਹੀ ਦੇਰ ਬਾਅਦ। ਉਹਨੇ ਆਖਿਆ ਠੀਕ ਹੈ। ਕਹਿੰਦਾ ਚੁੱਪ ਕਰ ਗਿਆ ਸੀ। ਉਸਨੇ ਯਾਰ ਕਿਉਂ ਫੋਨ ਲੈ ਲਈ, ਬੜੀ ਸੋਹਣੀ ਗੱਪ ਪਿਆ ਲਾਂਦਾ ਸੀ ਉਹ। ਉਹਨੇ ਆਖਿਆ ਯਾਰ ਉਹਨਾਂ ਨੇ ਕਿਤੇ ਜਾਣਾ ਹੋਵੇਗਾ, ਐਵੇਂ ਉਹਨੂੰ ਤੰਗ ਕਰਨ ਲੱਗਿਆ। ਉਹਨੇ ਆਖਿਆ ਚਲੋ ਠੀਕ ਹੈ। ਕਹਿੰਦਾ ਇੰਝ ਕਰਕੇ ਉਹਨੇ ਮੈਨੂੰ ਕੋਈ ਗੱਲ ਨਾ ਦੁਹਰਾਈ, ਮੈਂ ਵੀ ਕਹਿੰਦਾ ਐਡੀ ਨੋਟਿਸ ਕੋ ਨਾ ਕੀਤੀ। ਕਹਿੰਦਾ ਫਿਰ ਉਹਦਾ ਫੋਨ ਆਇਆ ਨਾ, ਜਿਸੇ ਫੋਨ ਤੇ ਲੱਗੇ ਆ ਤੇ ਕਿਚਨ 'ਚੋਂ ਲੱਗੇ ਸੀ। ਕਹਿੰਦਾ ਮੈਂ ਪਿੱਛੇ ਖਲੋਤਿਆ ਸੀ, ਉਹਨੇ ਮੈਨੂੰ ਤੱਕ ਲਿਆ। ਕਹਿੰਦਾ ਜਰਾ ਭਾਈ ਨਾਲ ਗੱਲ ਕਰਾ ਹਾਂ ਹੈਂ। ਉਹ ਕਹਿੰਦਾ ਨਹੀਂ ਉਹ ਭਾਈ ਹੋਰੀ ਬਿਜ਼ੀ ਨੇ ਤੇ ਫਿਰ ਤੁਹਾਡੀ ਫਿਰ ਕਰਾਂਗਾ। ਉਹਨੇ ਆਖਿਆ ਨਹੀਂ ਯਾਰ ਕਰਾ ਤੇ ਸਹੀ 1 ਮਿੰਟ ਭਾਈ ਨਾਲ। ਕਹਿੰਦਾ ਠੀਕ ਹੈ ਲਓ ਭਾਈ ਜੀ ਤੁਸੀਂ ਗੱਲ ਕਰ ਲਓ। ਕਹਿੰਦਾ ਨੇ ਢੀਠ ਹੋ ਕੇ ਮੇਰੇ ਫੋਨ ਮੈਨੂੰ ਫੜਾਇਆ। ਕਹਿੰਦਾ ਮੈਂ ਫੋਨ ਫੜ ਕੇ ਨਾ ਤੇ ਮੈਂ ਕਿਹਾ ਭਾਈ ਜੀ ਸੁਣਾਓ ਠੀਕ ਠਾਕ? ਕਹਿੰਦਾ ਭਾਈ ਜੀ ਆਪਣਾ ਨੰਬਰ ਤੇ ਦਿਓ। ਉਹਨੇ ਆਖਿਆ ਭਾਈ ਜੀ ਨੰਬਰ ਤੁਹਾਨੂੰ ਇਹਨਾਂ ਕੋਲ ਲੈ ਲੈਣਾ ਸੀ, ਨੰਬਰ ਦੇ ਦੇਣ। ਨਹੀਂ ਭਾਈ ਜੀ ਤੁਸੀਂ ਆਪੂ ਦਿਓ ਮੈਨੂੰ ਨੰਬਰ, ਮੈਂ ਕਿਹਾ ਤੁਹਾਡੇ ਨਾਲ ਕਿਧਰੇ ਗੱਪ ਲਾਉਂਦਾ ਰਵਾਂਗਾ। ਉਹਨੇ ਆਖਿਆ ਠੀਕ ਹੈ। ਕਹਿੰਦਾ ਮੈਂ ਇਸੇ ਨੰਬਰ ਦਿੱਤਾ ਨਾ ਉਹਨੂੰ, ਨੰਬਰ ਦੇ ਕੇ ਉਹਨੇ ਮੇਰਾ ਨੰਬਰ ਲਿਖ ਲਿਆ। ਕਹਿੰਦਾ ਬਾਅਦ 'ਚ ਜਿਹੜਾ ਇੱਥੇ ਸੀ ਨਾ ਜਵਾਨ, ਉਹ ਕਹਿੰਦਾ ਯਾਰ ਤੂੰ ਕੀ ਡਰਾਮਾ ਕੀਤਾ? ਉਹਨੇ ਆਖਿਆ ਕਿ? ਉਹਨੇ ਕਿਹਾ ਮੈਂ ਜਿਸ ਟਾਈਮ ਵੀ ਪਾਕਿਸਤਾਨ ਜਾਣਾ ਨਾ ਮੇਰੀ ਇਤਨੀ ਇੱਜ਼ਤ ਕਰਦਾ। ਪਾਕਿਸਤਾਨ ਇੱਕ ਨਾ ਇੱਕ ਬੰਦਾ ਹੋਣਾ ਚਾਹੀਦਾ ਜਿਹੜਾ ਤੁਹਾਡੇ ਅੱਗੇ ਪਿੱਛੇ ਫਿਰੇ। ਕਹਿੰਦਾ ਹੁਣ ਇਹ ਮੇਰਾ ਕਜ਼ਨ ਜਿਹੜਾ ਹਰ ਵਕਤ ਮੇਰੇ ਅੱਗੇ ਪਿੱਛੇ ਹੁੰਦਾ, ਮੈਨੂੰ ਪੂਰਾ ਪ੍ਰੋਟੋਕੋਲ ਦਿੰਦਾ ਹੈ। ਉਹਦੇ ਤਾਲੁਕਾਤ ਜਿਹੜੇ ਨੇ ਮੈਂ ਵੀ ਇਸਤੇਮਾਲ ਕਰਨਾ, ਉਹਦੇ ਯਾਰਾਂ ਦੋਸਤਾਂ 'ਚ ਜਾ ਕੇ ਮੈਂ ਉੱਥੇ ਬਹਿਣਾ ਤੇ ਇਸ ਵਾਸਤੇ ਜਿਹੜਾ ਬੜੀ ਸੋਹਣੀ ਗੱਪ ਹੋ ਜਾਂਦੀ ਹੈ। ਤੇ ਤੂੰ ਉਹਨੂੰ ਕਿਹੜੇ ਪਾਸੇ ਲਾ ਦਿੱਤਾ? ਉਹ ਕਹਿੰਦਾ ਮੈਂ ਵੀ ਬਾਹਰ ਆਉਣਾ। ਇਹ ਤਾਂ ਚੰਗਾ ਥੋੜ੍ਹਾ ਬਹੁਤ ਉਹਨੂੰ ਖਰਚਾ ਪਾ ਦੇਈਦਾ ਤੇ ਉਹ ਖੁਸ਼ ਹੈ ਤੇ ਮੈਂ ਵੀ ਖੁਸ਼ ਹਾਂ। ਮੈਂ ਕਿਹਾ ਯਾਰ ਤੂੰ ਕਹਿੰਦੇ ਮੇਰਾ ਭਰਾਵਾਂ ਆ ਰਿਹਾ, ਜੇ ਉਹ ਆਉਣਾ ਚਾਹੁੰਦਾ ਤਾਂ ਉਹਨੂੰ ਮੰਗਾ ਲੈ। ਉਹ ਕਹਿੰਦਾ ਭਾਈ ਤੂੰ ਸਾਰੀਆਂ ਗੱਲਾਂ ਨਹੀਂ ਸਮਝਦਾ। ਉਹਨੇ ਆਖਿਆ ਕਿ ਯਾਰ ਮੈਂ ਸਾਰੀਆਂ ਗੱਲਾਂ ਨਹੀਂ ਸਮਝਦਾ। ਉਹਨੇ ਆਖਿਆ ਭਾਈ ਜਿਹੜੇ ਪਾਕਿਸਤਾਨ ਵਾਲੇ ਨਾ ਉਹਨਾਂ ਨੂੰ ਰੁਪਈਆ 5-10 ਹਜ਼ਾਰ ਲਾ, ਉਹਨਾਂ ਤੇ ਖੁਸ਼ ਹੋ ਜਾਂਦੇ ਨੇ। ਤੇ ਕਹਿੰਦਾ ਜਿਸ ਵੇਲੇ ਤੁਸੀਂ ਪਾਕਿਸਤਾਨ ਦੇ ਕਹਿੰਦਾ ਏਅਰਪੋਰਟ ਤੇ ਮੈਨੂੰ ਲੈਣ ਆਉਂਦਾ, ਏਅਰਪੋਰਟ ਤੇ ਛੱਡ ਕੇ ਜਾਂਦਾ। ਕਹਿੰਦਾ ਇਤਨਾ ਸਾਡੇ ਆਪੇ 'ਚ ਯਾਰੀ ਦੋਸਤੀ ਹੈ ਤੇ ਮੈਂ ਨਹੀਂ ਚਾਹੁੰਦਾ। ਕਹਿੰਦਾ ਮੈਂ ਵੀ ਚਾਹੁੰਦਾ ਕਿ ਉਹ ਪਾਕਿਸਤਾਨ ਰਹੇ। ਕਹਿੰਦਾ ਹੁਣ ਜਦੋਂ ਉਹਦਾ ਫੋਨ ਆਇਆ ਨਾ ਤੂੰ ਇੰਝ ਕਰੀ, ਉਹਨੂੰ ਆਖੀ ਯਾਰ ਪਹਿਲਾਂ ਗੇਮ ਹੈ ਸੀ ਹੁਣ ਕੋ ਨਹੀਂ। ਕਹਿੰਦਾ ਨਾਲੇ ਸਾਰਿਆਂ ਤੋਂ ਵੱਡੀ ਗੱਲ ਉਹਨੇ ਪੈਸੇ ਮੈਨੂੰ ਹੀ ਆਖਣੇ ਨੇ ਕਿ ਮੈਂ ਪੈਸੇ ਦਿਆਂ। ਕਹਿੰਦਾ ਇਸ ਤੋਂ ਬਿਹਤਰ ਨਹੀਂ ਕਿ ਤੂੰ ਉਹਨੂੰ ਆਖੀ ਕਿ ਯਾਰ ਕੋ ਨਹੀਂ ਇਹ ਗੇਮ ਕੋ ਨਹੀਂ। ਉਹਨੇ ਆਖਿਆ ਭਾਈ ਇੰਝ ਕਰੋ ਫਿਰ ਮੈਂ ਫੋਨ ਉਹਦਾ ਨਹੀਂ ਚੁੱਕਣ ਲੱਗਾ ਤੇ ਤੁਸੀਂ ਆਪੂ ਹੀ ਉਹਨੂੰ ਦੱਸ ਦਿਓ। ਕਹਿੰਦਾ ਠੀਕ ਹੈ ਮੈਂ ਉਹਨੂੰ ਕਹਿ ਦਿਆਂਗਾ, ਤੂੰ ਇਹ ਗੱਲ ਚੰਗੀ ਹੈ ਕਿ ਤੂੰ ਉਹਦਾ ਫੋਨ ਨਹੀਂ ਚੁੱਕਣਾ। ਉਹਨੇ ਆਖਿਆ ਠੀਕ ਹੈ। ਉਹ ਜਨਾਬ ਜਿਸ ਵੇਲੇ ਉਹਦਾ ਫੋਨ ਆਇਆ ਉਹਨੇ ਕੋਨਾ ਫੋਨ ਚੁੱਕਿਆ। ਉਹਨੇ ਬਾਅਦ 'ਚ ਉਹਨੂੰ ਆਪਣੇ ਕਜ਼ਨ ਨੂੰ ਆਖਿਆ। ਉਹਨੇ ਆਖਿਆ ਕੀ ਗੱਲ ਹੈ ਭਾਈ ਹੋਰੀ ਕਿੱਧਰ ਗਏ ਨੇ, ਫੋਨ ਨਹੀਂ ਚੁੱਕਦੇ? ਉਹਨੇ ਆਖਿਆ ਯਾਰ ਪਤਾ ਨਹੀਂ, ਉਦੋਂ ਤੇਰੇ ਅੱਗੇ ਫੜ ਤੇ ਮਾਰ ਬੈਠਾ। ਮੈਂ ਕਿਹਾ ਹੁਣ ਕਾਰਨ ਉਹਦਾ? ਕਹਿੰਦਾ ਨਹੀਂ ਉਹ ਯਾਰ ਬੰਦਾ ਐਸੀ ਹੁਣ ਕੋ ਨਹੀਂ। ਕਹਿੰਦਾ ਤੈਨੂੰ ਪਤਾ ਹੈ ਇੱਥੇ ਬੰਦੇ ਚਵਲ ਨੇ ਬਾਹਰ ਜਿਹੜੇ ਝੂਠ ਮਾਰਦੇ ਨੇ, ਆਂਦੇ ਨੇ ਜੀ ਬੰਦਾ ਆ ਜਾਂਦਾ। ਕਹਿੰਦਾ ਅੱਜ ਕੱਲ੍ਹ ਗੇਮ ਹੀ ਕੋਈ ਨਹੀਂ। ਉਹਨੇ ਤੇਰੇ ਨਾਲ ਗੱਲ ਤੇ ਕਰ ਲਈ ਸੀ। ਮੈਂ ਕਿਹਾ ਚੱਲ ਹੁਣ ਕਰ ਫਿਰ, ਉਹਦਾ ਮੈਂ ਤੈਨੂੰ ਦੇਣਾ ਪੈਸੇ। ਉਹਨੇ ਆਖਿਆ ਹੁਣ ਪੈਸਿਆਂ ਦੀ ਮੈਨੂੰ ਆਖਿਆ ਪੈਸਿਆਂ ਦੀ ਤੂੰ ਫਿਕਰ ਨਾ ਕਰ, ਤੂੰ ਗੱਲ ਕਰ ਜਿਸ ਜਿਹੜਾ ਬੰਦਾ ਮੰਗਾਉਂਦਾ। ਕਹਿੰਦਾ ਅੱਗੋਂ ਚੁੱਪ ਕਰ ਗਿਆ।
ਕੋਈ ਗੱਲ ਨਹੀਂ। ਕਹਿੰਦਾ ਤੇ ਫਿਰ ਗੱਲ ਕਰਨ ਦਾ ਫਾਇਦਾ ਕੀ? ਕਹਿੰਦਾ ਮੈਂ ਕਿਹਾ ਮੇਰਾ ਭਰਾ ਵਾ ਯਾਰ, ਜੇ ਹੁੰਦਾ ਹੋਵੇ ਤਾਂ ਮੈਂ ਨਾ ਉਹਨੂੰ ਮੰਗਾ ਲਾਂ। ਕਹਿੰਦਾ ਆ ਬਿਲਕੁਲ ਇੰਜੇ ਗੱਲ ਹੈ। ਕਹਿੰਦਾ ਮੈਂ ਸੁਣਦਾ ਸਾ ਪਿਆ। ਕਹਿੰਦਾ ਮਸਾਂ ਜੀ 2-4 ਬੰਦੇ ਆਏ ਸੀ ਪਹਿਲਾਂ। ਕਹਿੰਦਾ ਮੈਂ ਕਿਹਾ ਹੁਣ ਚਲੋ ਜੋ ਵੀ ਕਰਦਾ ਪਿਆ, ਮੈਂ ਤਾਂ ਕਹਿੰਦਾ ਇਹਦੇ ਚਿਹਰੇ ਵੱਲ ਦੇਖਦਾ ਸਾ ਪਿਆ ਕਿ ਕਿਤਨੇ ਵੱਡੇ ਵੱਡੇ ਝੂਠ ਮਾਰਦਾ ਪਿਆ। ਬਈ ਕੀ ਕਰਦਾ ਪਿਆ? ਵੀ ਕਜ਼ਨ ਨੂੰ ਕਹਿੰਦਾ ਮੇਰਾ ਭਰਾ ਹੈ, ਲੇਕਿਨ ਇਹ ਨਹੀਂ ਚਾਹੁੰਦਾ ਕਿ ਉਹ ਬਾਹਰ ਆ ਜੇ। ਕਹਿੰਦਾ ਬਾਹਰ ਆ ਗਿਆ ਤਾਂ ਮੈਨੂੰ ਪਾਕਿਸਤਾਨ ਕੌਣ ਵੈਲਿਊ ਦੇਗਾ? ਕਹਿੰਦਾ ਇਹ ਤੇ ਸੋਚ ਹੈ ਸਾਡੀ। ਕਹਿੰਦਾ ਇਸ ਵਾਸਤੇ ਮੈਨੂੰ ਜਿਹੜਾ ਉਹਨੇ ਝੂਠਿਆਂ ਕਰ ਦਿੱਤਾ, ਕਹਿੰਦਾ ਮੈਨੂੰ ਕੀ ਫਰਕ ਪੈਂਦਾ? ਮੈਂ ਕਿਹੜਾ ਉਹ ਹਰਕਤ ਉਹਦੇ ਨਾਲ ਹੋਣਾ ਜਾਂ ਮੈਨੂੰ ਕੋਈ ਟੈਨਸ਼ਨ ਹੋਵੇ। ਜੇ ਉਹਨੇ ਕਹਿ ਦਿੱਤਾ ਭੈੜਾ ਤੇ ਕਹਿ ਦਿੱਤਾ। ਕਹਿੰਦਾ ਕੋਈ ਥੋੜ੍ਹੇ ਅਰਸੇ ਬਾਅਦ ਨਾ ਮੈਨੂੰ ਜਿਹੜਾ ਨਾ ਉਹ ਮੈਂ ਤੇ ਉਹ ਜਿਹੜਾ ਨਾ ਲਾਦਾ ਹੋ ਗਏ ਮਕਾਨ 'ਚ। ਕਹਿੰਦਾ ਉਹਦੇ ਕੋਲ ਮੇਰਾ ਨੰਬਰ ਹੈ ਸੀ। ਕਹਿੰਦਾ ਉਹਨੇ ਮੈਨੂੰ ਨਾ ਕਾਲ ਮਿਲਾ ਤਰੀ। ਕਹਿੰਦੇ ਸੇ ਕਾਲ ਦੁਬਾਰਾ ਆਈ ਨਾ, ਮੈਂ ਉਹਦੀ ਚੁੱਕ ਲਈ। ਕਹਿੰਦਾ ਭਾਈ ਜੀ ਸੁਣਾਓ ਕੀ ਗੱਲ ਹੈ, ਕੀ ਗਲਤੀ ਹੋ ਗਈ ਹੈ? ਉਦੋਂ ਤੁਹਾਡੇ ਨਾਲ ਗੱਪ ਬੜੀ ਸੋਹਣੀ ਲੱਗੀ ਸੀ ਤੇ ਹੁਣ ਤੁਸੀਂ ਮੇਰਾ ਫੋਨ ਹੀ ਨਹੀਂ ਚੁੱਕਦੇ। ਉਹਨੇ ਆਖਿਆ ਯਾਰ ਫੋਨ ਤੇ ਤੇਰਾ ਮੈਂ ਚੁੱਕ ਲਾਂ, ਲੇਕਿਨ ਤੈਨੂੰ ਪਤਾ ਸਾਰਾ ਤੇਰਾ ਕਜ਼ਨ ਜਿਹੜਾ ਨਾ ਉਹ ਕਹਿੰਦਾ ਕਿ ਤੂੰ ਇਸ ਮਾਮਲੇ 'ਚ ਨਾ ਪੈ, ਤੇ ਇਸ ਵਾਸਤੇ ਮੈਂ ਨਹੀਂ ਪੈਂਦਾ ਇਸ ਮਾਮਲੇ 'ਚ। ਉਹਨੇ ਆਖਿਆ ਯਾਰ ਫੇਰ ਵੀ ਭਾਈ ਤੁਸੀਂ ਉਦੋਂ ਆਖਦੇ ਸੋ ਕੋਈ ਬੰਦਾ ਹੈ ਤੇ ਤੁਸੀਂ ਗੱਲ। ਉਹਨੇ ਆਖਿਆ ਗੱਲ ਸੁਣ, ਤੈਨੂੰ ਆਪਣੇ ਕਜ਼ਨ ਤੇ ਇਤਬਾਰ ਨਹੀਂ? ਕਹਿੰਦਾ ਉਹਨੇ ਸਿੱਧਾ ਆਖਿਆ। ਉਹਨੇ ਆਖਿਆ ਨਹੀਂ ਭਾਈ ਜੀ। ਕਹਿੰਦਾ ਭਾਈ ਜੀ ਇਹ ਚਾਹੁੰਦੇ ਹੀ ਇਹ ਨੇ ਕਿ ਇਹ ਪਾਕਿਸਤਾਨ ਆਵਣ, ਅਸੀਂ ਇਹਨਾਂ ਨੂੰ ਪ੍ਰੋਟੋਕੋਲ ਦਈਏ। ਤੇ ਕਹਿੰਦਾ ਮੈਂ ਸਾਰੀਆਂ ਗੱਲਾਂ ਸਮਝਣਾ, ਮੈਂ ਕੋਈ ਕਾਕਾ ਨਹੀਂ ਹੈ। ਕਹਿੰਦਾ ਭਾਈ ਜੀ ਤੁਸੀਂ ਮਿਹਰਬਾਨੀ ਕਰੋ, ਪੈਸੇ ਜਿਹੜੇ ਨੇ ਕਹਿੰਦਾ ਅਸੀਂ ਲਾਂਗੇ ਸਾਰੇ, ਤੁਸੀਂ ਜਿਹੜਾ ਨਾ ਸਿਰਫ ਬੰਦਾ ਸਾਨੂੰ ਦਿਓ ਜਿਹੜਾ ਇਮਾਨਦਾਰੀ ਨਾਲ ਸਾਨੂੰ ਬਾਹਰ ਲੈ ਜੇ। ਉਹਨੇ ਆਖਿਆ ਠੀਕ ਹੈ ਭਾਈ ਜੀ। ਕਹਿੰਦਾ ਮੈਨੂੰ ਨੰਬਰ ਦਿੱਤਾ। ਮੈਂ ਕਿਹਾ ਇਸ ਬੰਦੇ ਨਾਲ ਰਾਬਤਾ ਕਰ ਲੈ ਤੇ ਤੂੰ ਜਾ ਕੇ ਉਹਦੇ ਨਾਲ ਗੱਲ ਕਰ ਲੈ। ਕਹਿੰਦਾ ਉਹਨੇ ਗੱਲ ਕੀਤੀ ਤੇ ਉਹ ਬੰਦਾ ਜਿਹੜਾ ਨਾ ਇੱਥੇ ਪਹੁੰਚ ਆਇਆ। ਕਹਿੰਦਾ ਜਿਸੇ ਪਹੁੰਚਿਆ ਨਾ ਤੇ ਫਿਰ ਬਜਾਏ ਮੇਰੇ ਕੋਲ ਗੱਪ ਸ਼ਪ ਲਾਉਣ ਦੇ, ਕਹਿੰਦਾ ਮੇਰੇ ਕੋਲ ਗੱਪ ਲਾਉਣਾ ਆਉਂਦਾ ਸੀ, ਲੇਕਿਨ ਜਿਹੜਾ ਨਾ ਉਹ ਕਜ਼ਨ ਨੇ ਉਹਨੂੰ ਆਪਣੇ ਕੋਲ ਹੀ ਰੱਖਿਆ ਉੱਥੇ। ਕਹਿੰਦਾ ਫਿਰ ਦੋਵੇਂ ਬੜੇ ਇਕੱਠੇ ਭਰਾ ਬਣ ਗਏ, ਰਿਸ਼ਤੇਦਾਰ ਸੀ। ਕਹਿੰਦਾ ਫਿਰ ਉਹ ਗੱਲਾਂ ਭੁੱਲ ਗਿਆ। ਲੇਕਿਨ ਬੰਦੇ ਜ਼ਿਆਦਾਤਰ ਇਹ ਹੀ ਕੋਸ਼ਿਸ਼ ਕਰਦੇ ਨੇ ਕਿ ਪਾਕਿਸਤਾਨ ਜੀ ਰੁਪਈਆ 5-10 ਹਜ਼ਾਰ ਦਈਏ ਤੇ ਉੱਥੇ ਹੀ ਖੁਸ਼ ਰਵੇ, ਦੱਬਿਆ ਰਵੇ, ਬਸ ਮੇਰੇ ਸਾਨਾ ਥੱਲੇ ਹੀ ਦੱਬਿਆ ਰਵੇ ਤਾਂ ਕਿ ਥੋੜ੍ਹਾ ਜਿਹਾ ਉੱਠੇ ਨਾ। ਵੀ ਇਹ ਤੇ ਰੂਟੀਨ ਹੈ ਸਾਡੀ। ਅਗਰ ਅਸੀਂ ਕਰਨਾ ਚਾਹੁੰਦੇ ਹਾਂ ਕਿਸੇ ਦਾ, ਇੰਨਾ ਕੁ ਕਰੋ ਕਿ ਅਗਲੇ ਦਾ ਕੋਈ ਭਲਾ ਹੋ ਜੇ, ਕੋਈ ਪੈਸੇ ਦਿਓ ਉਹਨੂੰ, ਉਹਦੇ ਵਾਸਤੇ ਬਿਹਤਰੀ ਹੋ ਜੇ। ਇਹ ਨਹੀਂ ਕਿ ਗੰਦੀ ਸੋਚ ਰੱਖ ਕੇ ਕਰੋ, ਗੰਦੀ ਸੋਚ ਨਹੀਂ ਰੱਖਣੀ ਚਾਹੀਦੀ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਯਾਰ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਕੋਈ ਛੋਟੀ ਮੋਟੀ ਗਲਤੀ ਹੋ ਜੇ ਤੇ ਭਰਾ ਨੂੰ ਮਾਫ ਕਰ ਦਿਆ ਕਰੋ। ਭਰਾ ਐਡਾ ਵੀ ਪ੍ਰੋਫੈਸ਼ਨਲ ਨਹੀਂ ਕਿ ਤੁਹਾਨੂੰ ਬਿਲਕੁਲ ਪਰਫੈਕਟ ਗੱਲਾਂ ਸੁਣਾਏ। ਜੋ ਕੋਈ ਗੱਲ ਮੇਰੇ ਜ਼ਿਹਨ 'ਚ ਆਉਂਦੀ ਹੈ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ। ਅਗਰ ਕੋਈ ਦੋਸਤ ਮੇਰੇ ਵੱਲ ਭੇਜਦਾ ਤੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।